ਸਵਾਗਤ ਹੈ ਤੁਹਾਡੇ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੀ ਇੱਕ ਹੋਰ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਜਸਲੀਨ ਕਾਲਰਾ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਸਾਡੀ ਅੱਜ ਦੀ ਖਾਸ ਪੇਸ਼ਕਸ਼ ਆਧਾਰਿਤ ਹੈ ਹੰਬਲ ਬ੍ਰੌਂਕਸ ਬੱਸ ਕ੍ਰੈਸ਼ ਤੇ। ਕਿਵੇਂ ਵਾਪਰਿਆ ਇਹ ਹਾਦਸਾ? ਕੌਣ ਜ਼ਿੰਮੇਵਾਰ ਹੈ ਇਸ ਹਾਦਸੇ ਲਈ? ਕੀ ਨਿਯਮ ਹਨ ਟਰੱਕਿੰਗ ਇੰਡਸਟਰੀ ਲਈ? ਕੀ ਜ਼ਿੰਮੇਵਾਰੀ ਹੈ ਇੱਕ ਟਰੱਕ ਡਰਾਈਵਰ ਦੀ ਅਤੇ ਇੱਕ ਟਰੱਕਿੰਗ ਕੰਪਨੀ ਦੀ? ਇਸੇ ਤੇ ਆਧਾਰਿਤ ਰਹੇਗੀ ਸਾਡੀ ਅੱਜ ਦੀ ਇਹ ਖਾਸ ਪੇਸ਼ਕਸ਼। ਕੈਨੇਡਾ ਦੇ ਸੂਬੇ ਸਸਕੈਚੁਅਨ ਦੇ ਵਿੱਚ 6 ਅਪ੍ਰੈਲ 2018 ਨੂੰ ਇੱਕ ਅਜਿਹਾ ਭਿਆਨਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਨੇ ਪੂਰੇ ਦੇਸ਼ ਨੂੰ ਹੈਰਾਨ ਕੀਤਾ। ਸਸਕੈਚੁਅਨ ਦੇ ਟਿਸਡੇਲ ਇਲਾਕੇ ਦੇ ਵਿੱਚ ਹੰਬਲ ਬ੍ਰੌਂਕਸ ਜੂਨੀਅਰ ਹਾਕੀ ਟੀਮ ਦੇ ਖਿਡਾਰੀਆਂ ਨੂੰ ਲਿਜਾ ਰਹੀ ਬੱਸ ਇੱਕ ਸੈਮੀ ਟਰੱਕ ਦੇ ਨਾਲ ਟਕਰਾ ਗਈ। ਇਸ ਹਾਦਸੇ ਦੇ ਵਿੱਚ 16 ਲੋਕਾਂ ਦੀ ਮੌਤ ਹੋਈ ਤੇ 13 ਜ਼ਖਮੀ ਹੋਏ। ਹਾਦਸੇ ਦੀ ਜਾਂਚ RCMP ਨੂੰ ਸੌਂਪੀ ਗਈ ਸੀ। ਇਸ ਪੂਰੇ ਮਾਮਲੇ ਸੰਬੰਧੀ ਪੇਸ਼ ਹੈ ਇੱਕ ਖਾਸ ਰਿਪੋਰਟ। ਸਸਕੈਚੁਅਨ ਦੇ ਟਿਸਡੇਲ ਇਲਾਕੇ ਦੇ ਵਿੱਚ 6 ਅਪ੍ਰੈਲ ਨੂੰ ਇੱਕ ਅਜਿਹਾ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਕੈਨੇਡਾ ਦੇ ਇਤਿਹਾਸ ਵਿੱਚ ਸ਼ਾਇਦ ਇਹ ਹੁਣ ਤੱਕ ਦਾ ਸਭ ਤੋਂ ਖਤਰਨਾਕ ਸੜਕ ਹਾਦਸਾ ਸੀ। ਹੰਬਲ ਬ੍ਰੌਂਕਸ ਜੂਨੀਅਰ ਹਾਕੀ ਟੀਮ ਨੂੰ ਲਿਜਾ ਰਹੀ ਬੱਸ ਨੇਪਾਵਨ ਵੱਲ ਵਧ ਰਹੀ ਸੀ ਜਦੋਂ ਟਿਸਡੇਲ ਇਲਾਕੇ ਦੇ ਉੱਤਰ ਵੱਲ ਬੱਸ ਇੱਕ ਸੈਮੀ ਟਰੱਕ ਦੇ ਨਾਲ ਟਕਰਾ ਗਈ। ਹਾਦਸੇ ਦੇ ਵਿੱਚ ਹੈੱਡ ਕੋਚ, ਅਸਿਸਟੈਂਟ, ਬੱਸ ਡਰਾਈਵਰ ਅਤੇ 10 ਖਿਡਾਰੀਆਂ ਸਣੇ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ 13 ਗੰਭੀਰ ਜ਼ਖਮੀ ਸਨ। ਇਸ ਮਾਮਲੇ ਦੀ ਜਾਂਚ RCMP ਨੂੰ ਸੌਂਪੀ ਗਈ ਸੀ। RCMP ਨੇ ਸੈਮੀ ਟਰੱਕ ਦੇ ਡਰਾਈਵਰ 30 ਸਾਲਾ ਜਸਕਿਰਤ ਸਿੰਘ ਸਿੱਧੂ ਉੱਤੇ 16 ਚਾਰਜਸ ਡੇਂਜਰਸ ਡਰਾਈਵਿੰਗ ਕਾਜ਼ਿੰਗ ਡੈਥ ਅਤੇ 13 ਚਾਰਜਸ ਡੇਂਜਰਸ ਡਰਾਈਵਿੰਗ ਕਾਜ਼ਿੰਗ ਬੋਡੀਲੀ ਇੰਜਰੀ ਦੇ ਲਗਾਏ। ਇਸ ਹਾਦਸੇ ਦੇ ਵਿਕਟਿਮਸ ਨੂੰ ਸਹਿਯੋਗ ਦੇਣ ਲਈ ਪੂਰਾ ਦੇਸ਼ ਅੱਗੇ ਆਇਆ ਅਤੇ ਗੋ ਫੰਡ ਮੀ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ। ਇਹ ਕੈਂਪੇਨ ਕੈਨੇਡਾ ਦਾ ਹੁਣ ਤੱਕ ਸਭ ਤੋਂ ਸਕਸੈਸਫੁਲ ਕੈਂਪੇਨ ਸਾਬਿਤ ਹੋਇਆ ਜਿਸ ਨਾਲ $15 ਮਿਲੀਅਨ ਤੋਂ ਉੱਪਰ ਫੰਡਸ ਇਕੱਤਰ ਕੀਤੇ ਗਏ ਹਨ। ਇਸ ਮਾਮਲੇ ਦੇ ਵਿੱਚ ਜ਼ਿੰਮੇਵਾਰ ਸੈਮੀ ਟਰੱਕ ਡਰਾਈਵਰ 30 ਸਾਲਾ ਜਸਕਿਰਤ ਸਿੰਘ ਸਿੱਧੂ ਉੱਤੇ 16 ਚਾਰਜਸ ਡੇਂਜਰਸ ਡਰਾਈਵਿੰਗ ਕਾਜ਼ਿੰਗ ਡੈਥ ਅਤੇ 13 ਚਾਰਜਸ ਡੇਂਜਰਸ ਡਰਾਈਵਿੰਗ ਕਾਜ਼ਿੰਗ ਇੰਜਰੀ ਦੇ ਲੱਗੇ ਸਨ। ਜਨਵਰੀ 2019 ਦੀ ਸ਼ੁਰੂਆਤ ਵਿੱਚ ਮਿਲਫਰਡ ਪ੍ਰੋਵਿੰਸ਼ੀਅਲ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਜਸਕਿਰਤ ਸਿੰਘ ਸਿੱਧੂ ਨੇ ਆਪਣੇ ਉੱਤੇ ਲੱਗੇ ਸਾਰੇ ਚਾਰਜਸ ਨੂੰ ਕਬੂਲਿਆ, ਜਿਸ ਤੋਂ ਬਾਅਦ ਸਸਕੈਚੁਅਨ ਦੇ ਵਿੱਚ ਇਸ ਦੀ 4 ਦਿਨਾਂ ਲਈ ਕਾਰਵਾਈ ਸ਼ੁਰੂ ਕੀਤੀ ਗਈ ਸੀ। ਕਾਰਵਾਈ ਖਤਮ ਹੋਣ ਤੋਂ ਬਾਅਦ ਜੱਜ ਇਨੇਸ ਕਾਰਡੀਨਲ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਵਿੱਚ ਆਪਣਾ ਆਖਰੀ ਫੈਸਲਾ 22 ਮਾਰਚ ਨੂੰ ਸੁਣਾਉਣਗੇ। ਹੰਬਲ ਬ੍ਰੌਂਕਸ ਬੱਸ ਕ੍ਰੈਸ਼ ਦੇ ਸਾਰੇ ਪਰਿਵਾਰਾਂ, ਸਰਵਾਈਵਰਸ ਅਤੇ ਮੀਡੀਆ ਨੂੰ ਅਕੋਮੋਡੇਟ ਕਰਨ ਲਈ 4 ਦਿਨਾਂ ਲਈ ਰੱਖੀ ਗਈ ਸੁਣਵਾਈ ਦੀ ਪ੍ਰਕਿਰਿਆ ਸਸਕੈਚੁਅਨ ਦੇ ਮਿਲਫੋਰਡ ਇਲਾਕੇ ਦੇ ਵਿੱਚ ਸਥਿਤ ਕੈਰੀ ਵਿਕਰ ਸੈਂਟਰ ਵਿੱਚ ਕੀਤੀ ਗਈ। ਸੁਣਵਾਈ ਦੌਰਾਨ ਵੱਡੀ ਗਿਣਤੀ ਵਿੱਚ ਲੋਕੀ ਮੌਜੂਦ ਰਹੇ। ਇਸ ਮੌਕੇ ਰਿਲੀਜ਼ ਕੀਤੀ ਗਈ ਫੈਕਟ ਰਿਪੋਰਟ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਸ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਪਹਿਲੀ ਵਾਰ ਜਨਤਕ ਕੀਤੀ ਗਈ ਅਗਰੀਡ ਫੈਕਟ ਸਟੇਟਮੈਂਟ ਮੁਤਾਬਕ 6 ਅਪ੍ਰੈਲ 2018 ਨੂੰ ਹਾਈਵੇ 35 ਉੱਤੇ ਨਾਰਥਬਾਊਂਡ ਟਰੈਵਲ ਕਰ ਰਹੀ ਬੱਸ 96 ਕਿਲੋਮੀਟਰ ਤੋਂ 107 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਵਿਚਕਾਰ ਚੱਲ ਰਹੀ ਸੀ ਅਤੇ ਬੱਸ ਡਰਾਈਵਰ ਕੋਲ ਇਸ ਹਾਦਸੇ ਨੂੰ ਰੋਕਣ ਦਾ ਕੋਈ ਤਰੀਕਾ ਨਹੀਂ ਸੀ, ਜਦਕਿ ਸੈਮੀ ਟਰੱਕ ਹਾਈਵੇ 355 ਉੱਤੇ ਵੈਸਟਬਾਊਂਡ ਟਰੈਵਲ ਕਰ ਰਿਹਾ ਸੀ ਅਤੇ 96 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਤੇ ਸੀ। ਫੈਕਟ ਸਟੇਟਮੈਂਟ ਅਨੁਸਾਰ ਟਰੱਕ ਡਰਾਈਵਰ 30 ਸਾਲਾ ਜਸਕਿਰਤ ਸਿੰਘ ਸਿੱਧੂ ਨੇ ਹਾਦਸੇ ਵਾਲੀ ਥਾਂ ਦੇ ਇੰਟਰਸੈਕਸ਼ਨ ਉੱਤੇ ਲੱਗੇ ਓਵਰਸਾਈਜ਼ਡ ਸਟਾਪ ਸਾਈਨ ਨੂੰ ਮਿਸ ਕੀਤਾ ਸੀ। ਇੰਨਾ ਹੀ ਨਹੀਂ, ਜਸਕਿਰਤ ਸਿੰਘ ਸਿੱਧੂ ਨੇ 4 ਹਾਈਵੇ ਸਾਈਨਸ ਮਿਸ ਕੀਤੇ। ਜੰਕਸ਼ਨ ਹਾਈਵੇ 35 ਸਟਾਪ ਸਾਈਨ ਅਹੈਡ, ਗ੍ਰੌਨਲੈਟ ਅਹੈਡ, ਟਿਸਡੇਲ ਲੈਫਟ, ਨਿਪਾਵਨ ਰਾਈਟ ਅਤੇ ਇੱਕ ਹੋਰ ਹਾਈਵੇ ਜੰਕਸ਼ਨ ਸਾਈਨ ਲੀਡਿੰਗ ਅਪ ਟੂ ਦ ਸਟਾਪ ਸਾਈਨ ਜਿਸ ਦਾ ਡਾਇਆਮੀਟਰ 4 ਫੁੱਟ ਸੀ। ਕਿਰਪਾਲ ਜੀ, ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ, ਤੁਸੀਂ ਆਪ ਇੱਕ ਟਰੱਕ ਡਰਾਈਵਰ ਹੈਗੇ ਹੋ। ਟਰੱਕ ਡਰਾਈਵਰ ਦੀ ਕੀ ਰਿਸਪੌਂਸਿਬਿਲਿਟੀ ਹੁੰਦੀ ਹੈ ਜਦੋਂ ਸੜਕ ਤੇ ਹੁੰਦੇ ਨੇ, ਜਦੋਂ ਟਰੱਕ ਡਰਾਈਵ ਕਰ ਰਹੇ ਹੁੰਦੇ ਨੇ? ਕਿਉਂਕਿ ਅਸੀਂ ਦੇਖਦੇ ਹਾਂ ਅੱਜ ਕੱਲ੍ਹ ਕੋਈ ਵੀ ਇੱਕ ਡਿਫੈਂਸਿਵ ਡਰਾਈਵਿੰਗ ਨਹੀਂ ਕਰਦਾ, ਐਗਰੈਸਿਵ ਡਰਾਈਵਿੰਗ ਅਸੀਂ ਜ਼ਿਆਦਾ ਦੇਖਦੇ ਹਾਂ। As a truck driver,
ਮੈਂ ਕਹਿਣਾ ਚਾਹੁੰਦਾ ਕਿ ਟਰੱਕ ਡਰਾਈਵਰ ਜਿਹੜਾ ਹੈਗਾ ਉਹਦੀ ਰਿਸਪੌਂਸਿਬਿਲਟੀ ਬਹੁਤ ਜ਼ਿਆਦਾ ਹੈਗੀ ਆ, ਸਪੈਸ਼ਲੀ ਜਦੋਂ ਕਿ ਪ੍ਰੋਫੈਸ਼ਨਲ ਡਰਾਈਵਿੰਗ ਚਾਹੁੰਦਾ ਤੇ ਉਹਦੀ ਰਿਸਪੌਂਸਿਬਿਲਟੀ ਸਿਰਫ ਆਪਣੀ ਨਹੀਂ ਰਹਿ ਜਾਂਦੀ, ਉਹਦੀ ਰਿਸਪੌਂਸਿਬਿਲਟੀ ਦੂਜਿਆਂ ਨੂੰ ਸੇਫ ਰੱਖਣਾ ਵੀ ਬਣਦੀ ਹੈ, ਕਿਉਂਕਿ ਉਹ ਇੱਕ ਪ੍ਰੋਫੈਸ਼ਨਲ ਡਰਾਈਵਰ ਹੈ, ਉਹਨੂੰ ਪ੍ਰੋਫੈਸ਼ਨਲੀ ਟ੍ਰੇਨਡ ਕੀਤਾ ਗਿਆ। ਲਾਇਸੈਂਸ ਲੈ ਲੈਣਾ ਕੋਈ ਵੱਡੀ ਗੱਲ ਨਹੀਂ, ਲਾਇਸੈਂਸ ਲੈਣਾ ਤੇ ਐਜ਼ ਅ ਪ੍ਰੋਫੈਸ਼ਨਲ ਡਰਾਈਵਰ ਕੰਮ ਕਰਨਾ, ਇਹ ਇੱਕ ਦੋਨੇ ਹੀ ਡਿਫਰੈਂਟ ਚੀਜ਼ਾਂ ਨੇ। ਡਰਾਈਵਿੰਗ ਕਾਰ ਦਾ ਡਰਾਈਵਰ ਵੀ ਡਰਾਈਵ ਕਰ ਰਿਹਾ, ਉਹ ਵੀ ਡਰਾਈਵਰ ਹੈ, ਪਰ ਉਹ ਪ੍ਰੋਫੈਸ਼ਨਲ ਨਹੀਂ, ਉਹ ਇਸ ਪ੍ਰੋਫੈਸ਼ਨਲਿਟੀ ਨੂੰ ਨਹੀਂ ਜਾਣਦਾ ਕਿ ਇਹਦੇ ਪਿੱਛੇ ਕਿੰਨਾ ਵੱਡਾ ਡੇਂਜਰ ਜਿਹੜਾ ਹੈਗਾ ਇਹਦੇ ਨਾਲ ਹੈ। ਆਪਣੀ ਜਾਨ ਦਾ ਵੀ ਖੌਫ ਹੈ ਤੇ ਦੂਜਿਆਂ ਦੇ ਲਈ ਵੀ ਉਹ ਇੱਕ ਪ੍ਰੋਬਲਮ ਕ੍ਰੀਏਟ ਕਰ ਸਕਦਾ ਅਗਰ ਉਹ ਐਜ਼ ਅ ਡਿਫੈਂਸਿਵ ਡਰਾਈਵਿੰਗ ਕੰਮ ਨਹੀਂ ਕਰਦਾ। ਡਿਫੈਂਸਿਵ ਡਰਾਈਵਿੰਗ ਸਿਰਫ ਤੁਹਾਨੂੰ ਆਪਣੇ ਆਪ ਨੂੰ ਹੀ ਸੇਫ ਨਹੀਂ ਰੱਖਦੀ, ਇਟ ਮੀਨ ਡਿਫੈਂਸਿਵ ਤੁਸੀਂ ਡਿਫੈਂਸਿਵ ਆ, ਤੁਸੀਂ ਸੇਫ ਆ, ਤੁਸੀਂ ਸੇਫ ਤਾਂ ਹੀ ਆ ਜੇ ਤੁਸੀਂ ਦੂਜਿਆਂ ਨੂੰ ਸੇਫ ਰੱਖੋਗੇ। ਅਗਰ ਤੁਸੀਂ ਡਿਫੈਂਸਿਵ ਡਰਾਈਵਿੰਗ ਨਹੀਂ, ਸਪੋਜ਼ ਕਰੋ ਤੁਸੀਂ ਟਰੱਕ ਲੈ ਕੇ ਜਾ ਰਹੇ, ਬਿਗ ਟਰੱਕ ਆ, 53 ਫੀਟ ਟ੍ਰੇਲਰ ਆ ਪਿੱਛੇ, ਉਹਦੇ ਮੂਹਰੇ ਯੂਨਿਟ ਆ, ਇੱਕ ਲੰਬਾ ਵਹੀਕਲ ਬਣ ਜਾਂਦਾ, ਉਹਨੂੰ ਕੰਟਰੋਲ ਕਰਨਾ ਇੱਕ ਡਰਾਈਵਰ ਦੇ ਉੱਤੇ ਹੀ ਮਨਸਰ ਆ ਤੇ ਉਹ ਪ੍ਰੋਫੈਸ਼ਨਲ ਹੋਇਆ, ਇਸ ਕਰਕੇ ਉਹ ਤੋਂ ਚੀਜ਼ਾਂ ਐਕਸਪੈਕਟ ਕੀਤੀਆਂ ਜਾਂਦੀਆਂ ਕਿ ਉਹ ਦੂਜੇ ਦੀ ਗਲਤੀ ਨੂੰ ਵੀ ਇਗਨੋਰ ਕਰਦਾ ਹੋਇਆ ਉਹਨੂੰ ਆਪ ਸੇਫ ਕਰੇਗਾ, ਤਾਂ ਕਿ ਉਹਦੇ ਵਿੱਚ ਹੀ ਉਹਦੀ ਸੇਫਟੀ ਹੈ। ਡਿਫੈਂਸਿਵ ਡਰਾਈਵਿੰਗ ਤੁਸੀਂ ਅਮੂਮਨ ਦੇਖਿਆ ਕਿ ਲੋਕ ਡਰਾਈਵਿੰਗ ਕਰਦੇ ਆ, ਸਮਾਲ ਕਾਰ ਜਾ ਰਹੀ ਹੈ ਮੋਰੇ ਉਹਦੇ ਬਿਲਕੁਲ ਬੰਪਰ ਟੂ ਬੰਪਰ ਜਾ ਕੇ ਖੜੇ ਹੋ ਜਾਂਦੇ ਆ ਸਿਗਨਲ ਦੇ ਉੱਤੇ, ਜਿੰਨਾ ਕਿ ਜਿਹੜਾ ਕਾਰ ਡਰਾਈਵਰ ਆ ਉਹ ਹਾਈਪਰ ਹੋ ਸਕਦਾ, ਕੋਈ ਗਲਤੀ ਕਰ ਸਕਦਾ। ਇਸ ਕਰਕੇ ਇਸ ਚੀਜ਼ ਨੂੰ ਇੱਕ ਪ੍ਰੋਫੈਸ਼ਨਲ ਡਰਾਈਵਰ ਜਿਹੜਾ ਉਹਨੂੰ ਹੀ ਇਸ ਚੀਜ਼ ਨੂੰ ਨੋਟ 'ਚ ਰੱਖਣਾ ਚਾਹੀਦਾ ਕਿ ਇਹ ਉਸ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਸਿਰਫ ਆਪ ਨੂੰ ਹੀ ਪ੍ਰੋਟੈਕਟ ਨਹੀਂ, ਉਸ ਨੂੰ ਵੀ ਪ੍ਰੋਟੈਕਟ ਕਰੇ ਤਾਂ ਕਿ ਕੋਈ ਵੀ ਮਿਸਹੈਪ ਨਾ ਹੋ ਸਕੇ। ਔਰ ਇਹੀ ਕਾਰਨ ਆ ਜਦੋਂ ਅਸੀਂ ਡਿਫੈਂਸਿਵ ਨਾ ਹੋ ਕੇ ਓਫੈਂਸਿਵ ਡਰਾਈਵਿੰਗ ਕਰਦੇ ਹਾਂ ਤੇ ਅਸੀਂ ਕੋਈ ਨਾ ਕੋਈ ਗਲਤੀ ਕਰਦੇ ਹਾਂ। ਬਿਲਕੁਲ, ਜਿਸ ਤਰ੍ਹਾਂ ਹੁਣ ਅਸੀਂ ਸਸਕੈਚੁਅਨ ਦੀ ਗੱਲ ਕਰੀਏ ਤੇ ਸਸਕੈਚੁਅਨ ਦੇ ਵਿੱਚ ਜਿਹੜਾ ਹੰਬਲ ਬ੍ਰੌਂਕਸ ਬੱਸ ਕ੍ਰੈਸ਼ ਹੋਇਆ ਸੀਗਾ 2018 ਦਾ ਸਭ ਤੋਂ ਖਤਰਨਾਕ, ਔਰ ਆਈ ਥਿੰਕ ਹੁਣ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਖਤਰਨਾਕ ਹਾਦਸਾ ਰਿਹਾ ਹੈ ਉਹ ਹੁਣ ਤੱਕ ਦਾ। ਜੇ ਟਰੱਕ ਡਰਾਈਵਰ ਦੀ ਗਲਤੀ ਉਸ ਵਿੱਚ ਆਈ ਹੈ, ਉਹਦੀ ਗਲਤੀ ਦੀ ਅਸੀਂ ਜੇ ਗੱਲ ਕਰੀਏ ਤੇ 70 ਵਾਇਓਲੇਸ਼ਨਸ ਨਿਕਲੇ ਹਨ, ਜਿਨ੍ਹਾਂ ਵਿੱਚੋਂ ਇੱਕ ਸੀ ਕਿ ਉਹਨੇ ਆਪਣੀ ਲੌਗ ਬੁੱਕ ਨਹੀਂ ਮੇਨਟੇਨ ਕੀਤੀ ਹੋਈ ਸੀ। ਟਰੱਕ ਡਰਾਈਵਰ ਲਈ ਇੱਕ ਲੌਗ ਬੁੱਕ ਨੂੰ ਮੇਨਟੇਨ ਕਰਨਾ ਕਿੰਨਾ ਜ਼ਰੂਰੀ ਹੈ? ਐਕਚੁਅਲੀ ਦੇਖੋ, ਜਿਹੜਾ ਇਹ ਦੁਖਦ ਘਟਨਾ ਘਟੀ ਹੈ ਜਿਹਦੇ ਵਿੱਚ ਬੱਚੇ ਕਈ ਇਨਵੋਲਵ ਸੀਗੇ, ਇਹਨਾਂ ਦੀ ਬੱਚਿਆਂ ਦੀ ਡੈਥ ਹੋ ਗਈ, ਉਹਨਾਂ ਫੈਮਿਲੀ ਨੂੰ ਕਿੰਨਾ ਸਫ਼ਰ ਕਰਨਾ ਪਿਆ ਸਿਰਫ ਇੱਕ ਮਾਮੂਲੀ ਜਿਹੀ ਗਲਤੀ ਦੀ ਕਰਕੇ। ਇਹ ਨਹੀਂ ਕਿ ਮੈਂ ਕਹਿੰਦਾ ਕਿ ਤੁਸੀਂ ਇਹ ਐਕਸੀਡੈਂਟ ਨਹੀਂ ਹੁੰਦੇ, ਔਨ ਰੋਡ ਕੋਈ ਨਾ ਕੋਈ ਕਾਰਨ ਬਣ ਸਕਦਾ, ਪਰ ਕਈ ਐਕਸੀਡੈਂਟ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਅਵੋਇਡ ਕੀਤਾ ਜਾ ਸਕਦਾ। ਹੁਣ ਜੇ ਸਪੈਸ਼ਲੀ ਇਸ ਕੇਸ ਦੇ ਵਿੱਚ ਉਸ ਬੰਦੇ ਨੇ ਲੌਗ ਬੁੱਕ ਨੂੰ ਮੇਨਟੇਨ ਨਹੀਂ ਕੀਤਾ, ਇਟ ਮੀਨਸ ਉਹ ਓਵਰ ਦਾ ਲੌਗ ਬੁੱਕ ਕਿਹਾ, ਔਰ 13 ਆਵਰਸ ਕੋਈ ਘੱਟ ਆਵਰਸ ਨਹੀਂ ਡਰਾਈਵਿੰਗ ਦੇ। ਅਗਰ ਤੁਸੀਂ 13 ਆਵਰ ਕਰਕੇ ਵੀ ਤੁਸੀਂ ਸਮਝਦੇ ਹੋ ਕਿ ਤੁਸੀਂ ਹੋਰ ਕਰ ਸਕਦੇ ਹੋ, ਇਟ ਮੀਨਸ ਤੁਸੀਂ ਆਪਣੀ ਆਪ ਲਾਈਫ ਨੂੰ ਤੇ ਦੂਜਿਆਂ ਦੀ ਲਾਈਫ ਨੂੰ ਰਿਸਕ 'ਤੇ ਪਾ ਰਹੇ ਹੋ, ਕਿਉਂਕਿ ਬ੍ਰੇਨ ਹੈ, ਬ੍ਰੇਨ ਉਸਨੂੰ ਆਰਾਮ ਚਾਹੀਦਾ, ਉਹਨੂੰ ਰੀਚਾਰਜ ਹੋਣ ਲਈ ਟਾਈਮ ਚਾਹੀਦਾ। ਅਗਰ ਅਸੀਂ ਇਹ ਚੀਜ਼ਾਂ ਨੂੰ ਅਵੋਇਡ ਨਹੀਂ ਕਰਦੇ ਤੇ ਇਹ ਚੀਜ਼ਾਂ ਹੋਣਗੀਆਂ ਇਨ ਫਿਊਚਰ ਵੀ। ਇਹ ਬਹੁਤ ਮੰਦਭਾਗੀ ਘਟਨਾ ਸੀ ਜਿਹੜੀ ਘਟੀ ਆ, ਅਸੀਂ ਉਹਨਾਂ ਦੇ ਪਰਿਵਾਰ ਨਾਲ ਵੀ ਦੁੱਖ ਦਾ ਇਜ਼ਹਾਰ ਕਰਦੇ ਹਾਂ ਤੇ ਇਸ ਬੰਦੇ ਨੂੰ ਵੀ ਨਹੀਂ ਸੀ ਚਾਹੀਦਾ ਕਿ ਇਹ ਚੀਜ਼ ਓਵਰ ਜਾ ਕੇ ਇਸ ਚੀਜ਼ ਜ਼ਿਆਦਾ। ਸੈਕੰਡਲੀ ਦੂਜਾ ਸਟਾਪ ਸਾਈਨ 'ਤੇ ਘਟਨਾ ਘਟੀ ਆ। ਸਟਾਪ ਸਾਈਨ ਮੀਨਸ ਡਜ਼ਨਟ ਮੈਟਰ ਕਿ ਤੁਸੀਂ ਦੇਖਿਆ ਸਟਾਪ ਸਾਈਨ ਆ ਗਿਆ ਤੇ ਤੁਸੀਂ ਆਲਾ ਦੁਆਲਾ ਦੇਖਿਆ ਨਿਕਲ ਗਏ, ਇਹਦਾ ਮਤਲਬ ਹੈ ਕਿ ਤੁਸੀਂ ਸਟਾਪ 'ਤੇ ਡੈਡ ਸਟਾਪ ਕਰੋ, ਫਿਰ ਤੁਸੀਂ ਆਲਾ ਦੁਆਲਾ ਦੇਖੋ, ਤੁਸੀਂ ਸੇਫ ਹੈ। ਈਵਨ ਦੈਨ ਅਗਰ ਤੁਸੀਂ ਸਟਾਪ ਕੀਤਾ, ਤੁਸੀਂ ਸੋਚਿਆ ਕਿ ਦੂਜਾ ਹੋ ਸਕਦਾ ਦੂਸਰੇ ਪਾਸੇ ਕੋਈ ਅਗਰੈਸਿਵ ਡਰਾਈਵਰ ਆ ਰਿਹਾ ਹੋਵੇ, ਉਹ ਇਗਨੋਰ ਕਰੇ ਆਪਣੇ ਨੂੰ, ਇਹ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਦੇਖੋ, ਸਾਈਡਾਂ ਚੈੱਕ ਕਰੋ, ਸੇਫ ਹੈ, ਤੁਸੀਂ ਚਲ ਜਾਓ, ਕੋਈ ਟਾਈਮਿੰਗ ਦਾ ਫਰਕ ਨਹੀਂ ਪੈਂਦਾ। ਇਹ ਕਿਹਾ ਜਾਂਦਾ ਕਿ ਬੈਟਰ ਲੇਟ ਦੈਨ ਨੈਵਰ। ਸੋ ਟਾਈਮਿੰਗ ਦਾ ਜ਼ਿਆਦਾ ਫਰਕ ਨਹੀਂ ਪੈਂਦਾ, 1-2 ਮਿੰਟ ਅਗਰ ਤੁਸੀਂ ਲੇਟ ਹੋ ਜਾਓਗੇ ਤਾਂ ਕੋਈ ਬਿਜ਼ਨਸ ਦੇ ਵਿੱਚ ਇੰਨਾ ਜ਼ਿਆਦਾ ਘਾਟਾ ਨਹੀਂ ਪੈਂਦਾ। ਮੇਰਾ ਤਾਂ ਇਹੀ ਮੰਨਣਾ ਹੈਗਾ ਕਿ ਅਗਰ ਉਹ ਚੀਜ਼ ਨੂੰ ਸੋਚਦਾ, ਇਟ ਮੀਨਸ ਅਗਰ ਲੌਗ ਬੁੱਕ ਤੋਂ ਓਵਰ ਗਿਆ, ਉਹ ਸੁੱਤਾ ਨਹੀਂ, ਉਹਦਾ ਬ੍ਰੇਨ ਬਰਾਬਰ ਕੰਮ ਨਹੀਂ ਕਰੇ, ਅੱਖਾਂ ਖੁੱਲੀਆਂ ਹੋ ਸਕਦੀਆਂ, ਕਿਸੇ ਡਰੱਗ ਦੀ ਵਜ੍ਹਾ ਕਰਕੇ ਖੁੱਲੀਆਂ ਹੋ ਸਕਦੀਆਂ, ਕਿਸੇ ਵੀ ਰੀਜਨ ਕਰਕੇ ਹੋ ਸਕਦੀਆਂ, ਪਰ ਉਹਦਾ ਬ੍ਰੇਨ ਜਿਸ ਨੇ ਕਿ ਉਹਨੂੰ ਇੰਸਟਰਕਟ ਕਰਨਾ ਕਿ ਮੈਂ ਇੱਥੇ ਸਟਾਪ ਕਰਨਾ, ਇਹ ਸਟਾਪ ਸਾਈਨ ਹੈ, ਉਹਨੇ ਉਹਨੂੰ ਸਿਗਨਲ ਨਹੀਂ ਦੇਣਾ। ਮੇਰਾ ਤਾਂ ਮੰਨਣਾ ਜੀ ਬਿਲਕੁਲ, ਬਹੁਤ ਹੀ ਵਧੀਆ ਮੈਸੇਜ ਤੁਸੀਂ ਦਿੱਤਾ ਹੈ। ਔਰ ਅਸੀਂ ਦੱਸਣਾ ਚਾਹਾਂਗੇ 2018 ਦੇ ਫਸਟ ਹਾਫ ਦੇ ਵਿੱਚ, ਯਾਨੀ ਕਿ ਜੂਨ ਜੁਲਾਈ ਤੱਕ OPP ਵੱਲੋਂ ਆંકੜੇ ਰਿਲੀਜ਼ ਕੀਤੇ ਗਏ ਸੀ। ਉਹਨਾਂ ਆંકੜਿਆਂ ਦੇ ਅਨੁਸਾਰ ਜਿਹੜੀ ਟਰੱਕ ਇੰਸਪੈਕਸ਼ਨ ਕੀਤੀ ਗਈ ਸੀ OPP ਵੱਲੋਂ, ਉਹਦੇ ਹਿਸਾਬ ਸਿਰ ਉਹਨਾਂ ਨੇ ਘੰਟੇ ਲਗਾਏ ਇੰਸਪੈਕਸ਼ਨ ਕਰਨ ਵਿੱਚ,
ਘੱਟੋ ਘੱਟ 2000 ਘੰਟੇ ਲਗਾਏ ਸੀਗੇ, ਜਿਨ੍ਹਾਂ ਦੌਰਾਨ ਲਗਭਗ 700 ਟਰੱਕਸ ਨੂੰ ਆਫ ਦ ਰੋਡ ਕੀਤਾ ਗਿਆ, ਕਿਉਂਕਿ ਉਹਨਾਂ ਦੇ ਵਿੱਚ ਜੋ ਹੈ ਉਹਨਾਂ ਦੀ ਜਿਹੜੀ ਕੰਡੀਸ਼ਨ ਸੀ ਉਹ ਕਾਫੀ ਪੂਅਰ ਸੀ, ਉਹ ਡਰਾਈਵ ਕਰਨ ਦੇ ਲਾਇਕ ਨਹੀਂ ਸੀਗੇ ਉਹ ਟਰੱਕਸ। ਕੌਣ ਜ਼ਿੰਮੇਵਾਰ ਹੁੰਦਾ ਹੈ ਅਜਿਹੀ ਗਲਤੀ ਦੇ ਲਈ? ਟਰੱਕ ਡਰਾਈਵਰ ਜ਼ਿੰਮੇਵਾਰ ਹੈ ਜਾਂ ਟਰੱਕਿੰਗ ਕੰਪਨੀ ਹੈ ਜ਼ਿੰਮੇਵਾਰ? ਕਿਉਂਕਿ ਅਗਰ ਟਰੱਕ ਦੀ ਕੰਡੀਸ਼ਨ ਠੀਕ ਨਹੀਂ ਹੈ ਤੇ ਡੈਫੀਨੇਟਲੀ ਉਹ ਸੜਕ ਦੇ ਉੱਤੇ ਨਹੀਂ ਹੋਣਾ ਚਾਹੀਦਾ। ਬਾਇਲਾ ਤਾਂ ਇਹੀ ਕਹਿੰਦਾ ਜੀ, ਅਗਰ ਤੁਹਾਡਾ ਟਰੱਕ ਜਿਹੜਾ ਹੈਗਾ ਔਨ ਰੋਡ ਜਾਣ ਦੇ ਕਾਬਲ ਨਹੀਂ, ਉਹਦੇ 'ਚ ਕੋਈ ਡਿਫੈਕਟ ਹੈਗੇ, ਉਹਨਾਂ ਨੂੰ ਪਹਿਲਾਂ ਰਿਪੇਅਰ ਕਰੋ, ਉਸ ਤੋਂ ਬਾਅਦ ਤੁਸੀਂ ਰੋਡ 'ਤੇ ਲੈ ਕੇ ਜਾਓ। ਅਗਰ ਡਰਾਈਵਰ ਜਿਸ ਨੂੰ ਕਿ ਐਜ਼ ਏ ਡਰਾਈਵਰ, ਮੈਂ ਐਜ਼ ਏ ਡਰਾਈਵਰ ਕੰਮ ਕਰਦਾ, ਮੈਨੂੰ ਪਤਾ ਕਿ ਮੈਨੂੰ ਮੇਰੀ ਕੰਪਨੀ ਜਿਹੜੀ ਹੈਗੀ ਟਾਈਮ ਦਿੰਦੀ ਆ ਟ੍ਰੇਲਰ ਟਰੈਕਟਰ ਬੋਥ ਨੂੰ ਚੈੱਕ ਕਰਨ ਦੇ ਲਈ, ਅਤੇ ਉਹਦਾ ਮਤਲਬ ਕਿ ਇਹਦੇ ਨਹੀਂ ਕੋਈ ਦਿੱਤਾ ਟਾਈਮ ਦਿੱਤਾ ਤਾਂ ਤੁਸੀਂ ਜਾ ਗੱਲਾਂ ਬਾਤਾਂ ਮਾਰ ਕੇ ਤੇ ਗਏ ਸਰ ਮਾਰਦੇ ਨਿਕਲ ਗਏ, ਤੁਸੀਂ ਚੈੱਕ ਨਹੀਂ ਕੀਤਾ। ਤੇ ਹੋ ਸਕਦਾ ਟਾਇਰ ਫਲੈਟ ਆ, ਹੋ ਸਕਦਾ ਟਾਇਰ ਦੀ ਥਰੈਡ ਜਿਹੜੀ ਉਨੀ ਨਹੀਂ ਹੈਗੀ ਜਿਹੜੀ ਕਿ ਤੁਸੀਂ ਨੋਟ ਨਹੀਂ ਕੀਤੀ, ਅਤੇ ਤੁਸੀਂ ਇਹ ਚੀਜ਼ਾਂ ਲੈ ਕੇ ਜਾਓਗੇ ਤਾਂ ਡੈਫੀਨੇਟਲੀ ਇਹ ਹੈਪਨ ਹੋਣਗੀਆਂ। ਇਹ ਡਰਾਈਵਰ ਦੀ ਰਿਸਪੋਂਸੀਬਿਲਿਟੀ ਹੈ, ਨਾ ਕਿ ਇਹ ਓਨਰ ਦੀ, ਜਿਹੜਾ ਜਾਂ ਕੰਪਨੀ ਦੇ ਮਾਲਕ ਦੀ, ਕਿਉਂਕਿ ਉਸਨੇ ਤੁਹਾਨੂੰ ਟਾਈਮ ਦਿੱਤਾ, ਤੁਸੀਂ ਚੈੱਕ ਕਰੋ, ਚੈੱਕ ਕਰਕੇ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਰੋਡ 'ਤੇ ਲੈ ਕੇ ਜਾਓ। ਰੋਡ 'ਤੇ ਲੈ ਕੇ ਜਾਣ, ਜਦੋਂ ਤੁਸੀਂ ਰੋਡ 'ਤੇ ਲੈ ਕੇ ਚੱਲ ਜਾਂਦੇ, ਅਗਰ ਉਹ ਡਿਫੈਕਟਿਵ ਟ੍ਰੇਲਰ ਟਰੈਕਟਰ ਹੈ, ਉਹਦੀ ਰਿਸਪੋਂਸੀਬਿਲਿਟੀ ਮੇਰੇ ਹਿਸਾਬ ਦੇ ਨਾਲ 100% ਡਰਾਈਵਰ ਦੇ ਉੱਤੇ ਹੁੰਦੀ ਹੈ, ਕਿਉਂਕਿ ਹੀ ਇਜ਼ ਦਾ ਪਰਸਨ ਰਿਸਪੋਂਸੀਬਲ ਫਾਰ ਦੈਟ। ਸੋ ਉਹਨੂੰ ਇਹ ਚਾਹੀਦਾ ਕਿ ਇਹ ਚੀਜ਼ ਨੂੰ ਰਿਪੇਅਰ ਕਰੋ। ਅਗਰ ਤੁਸੀਂ ਆਪਣੇ ਓਨਰ ਨੂੰ ਕਹਿੰਦੇ ਹੋ ਜਾਂ ਕੰਪਨੀ ਦੇ ਜੋ ਵੀ ਫੋਰਮੈਨ ਹੈ ਜਾਂ ਕੋਈ ਸੁਪਰਵਾਈਜ਼ਰ ਨੂੰ ਕਹਿੰਦਾ ਕਿ ਮੇਰੇ ਟਰੱਕ ਜਾਂ ਟ੍ਰੇਲਰ ਵਿੱਚ ਡਿਫੈਕਟਸ ਆਏ ਆ, ਇਹ ਸੇਫ ਨਹੀਂ ਡਰਾਈਵਿੰਗ ਲਈ, ਤੁਹਾਡਾ ਇਹ ਰਾਈਟ ਹੈ ਕਿ ਤੁਸੀਂ ਰਿਫਿਊਜ਼ ਕਰ ਸਕਦੇ ਹੋ ਕਿ ਮੈਂ ਨਹੀਂ ਲਿਜਾਣਾ ਰੋਡ 'ਤੇ, ਕਿਉਂਕਿ ਸੇਫਟੀ ਦੇ ਅਗੇਂਸਟ ਹੈ। ਹੈਡਲਾਈਨ ਕੈਨੇਡਾ ਵਿੱਚ ਫਿਲਹਾਲ ਸਮਾਂ ਹੋ ਗਿਆ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਜਾਰੀ ਰਹੇਗੀ। ਜਲਦ ਹਾਜ਼ਰ ਹੁੰਦੇ ਹਾਂ। ਇਸ ਮਾਮਲੇ ਤੇ ਕਰਾਊਨ ਪ੍ਰੋਸੀਕਿਊਟਰ ਨੇ ਬੋਲਦਿਆਂ ਕਿਹਾ ਕਿ ਅਦਾਲਤ ਵੱਲੋਂ ਇਸ ਮਾਮਲੇ ਸੰਬੰਧੀ ਫੈਸਲਾ ਸੁਣਾਉਣਾ ਇੱਕ ਮੁਸ਼ਕਿਲ ਕੰਮ ਹੈ। 4 ਦਿਨਾਂ ਲਈ ਚੱਲੀ ਸੁਣਵਾਈ ਦੇ ਅਖੀਰਲੇ ਦਿਨ ਦੇ ਵਿੱਚ 30 ਸਾਲਾ ਟਰੱਕ ਡਰਾਈਵਰ ਜਸਕਿਰਤ ਸਿੱਧੂ ਨੇ ਕਿਹਾ ਕਿ ਮੈਂ ਇਸ ਘਟਨਾ ਦੀ ਪੂਰੀ ਜ਼ਿੰਮੇਵਾਰੀ ਲੈਂਦਾ। ਉਸਨੇ ਕਿਹਾ ਕਿ ਮੇਰੇ ਘੱਟ ਤਜਰਬੇ ਕਾਰਨ ਇਹ ਘਟਨਾ ਘਟੀ ਹੈ ਅਤੇ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਹਾਂ। ਉਸਨੇ ਇਹ ਵੀ ਕਿਹਾ ਕਿ ਮੈਂ ਸੋਚ ਨਹੀਂ ਸਕਦਾ ਕਿ ਇਸ ਵੇਲੇ ਇਹ ਪਰਿਵਾਰ ਕਿਸ ਸਥਿਤੀ ਤੋਂ ਗੁਜ਼ਰ ਰਹੇ ਨੇ, ਪਰ ਮੈਨੂੰ ਇਹਨਾਂ ਪਤਾ ਹੈ ਕਿ ਮੈਂ ਇਹਨਾਂ ਤੋਂ ਇਹਨਾਂ ਦੀ ਕੀਮਤੀ ਚੀਜ਼ ਖੋ ਲਈ ਹੈ। ਹੰਬਲ ਬ੍ਰੌਂਕਸ ਬੱਸ ਕ੍ਰੈਸ਼ ਦੇ ਵਿੱਚ ਸੈਮੀ ਟਰੱਕ ਡਰਾਈਵਰ 30 ਸਾਲਾ ਜਸਕਿਰਤ ਸਿੰਘ ਸਿੱਧੂ ਨੇ 70 ਨਿਯਮਾਂ ਦੀ ਉਲੰਘਣਾ ਕੀਤੀ ਸੀ, ਜਿਸ ਵਿੱਚੋਂ ਇੱਕ ਸੀ ਲੌਗਬੁੱਕ ਨਾ ਪੜ੍ਹਨੀ। ਲੌਗਬੁੱਕ ਰਿਵਿਊ ਮੁਤਾਬਕ ਜਸਕਿਰਤ ਸਿੰਘ ਸਿੱਧੂ ਨੇ ਮਾਰਚ 26, 2018 ਤੋਂ ਅਪ੍ਰੈਲ 6, 2018 ਦਰਮਿਆਨ 51 ਫੈਡਰਲ ਰੈਗੂਲੇਸ਼ਨਸ ਅਤੇ 19 ਸਸਕੈਚੁਅਨ ਰੈਗੂਲੇਸ਼ਨਸ ਦਾ ਉਲੰਘਣ ਕੀਤਾ। ਸਭ ਤੋਂ ਪਹਿਲਾਂ ਤਾਂ ਟ੍ਰੇਨਿੰਗ ਬਹੁਤ ਜ਼ਰੂਰੀ ਹੈ ਲੌਗ ਬੁੱਕਸ ਦੀ, ਕਿਉਂਕਿ ਉਸ 'ਚ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਤੁਸੀਂ ਫੋਲੋ ਕਰਨੇ ਆ, ਤਾਂ ਕਿ ਜਿਹੜੀ ਲੌਗ ਬੁੱਕ ਹੈਗੀ ਆ ਉਸ 'ਚ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਨੇਮ ਪ੍ਰੋਪਰ ਨਹੀਂ ਐਂਟਰ ਕਰਦੇ ਜਾਂ ਸਾਈਨ ਨਹੀਂ ਕਰਦੇ, ਪਲੇਟ ਨੰਬਰ ਵਗੈਰਾ ਨਹੀਂ ਪਾਉਂਦੇ। ਸੋ ਇਹ ਸਾਰੀ ਚੀਜ਼ਾਂ ਬਹੁਤ ਜ਼ਰੂਰੀ ਹੈ। ਇਹ ਜਿਹੜੀ ਚੀਜ਼ਾਂ ਇਹ ਫਾਰਮ ਐਂਡ ਮੈਨਰ ਚਾਹੁੰਦੀਆਂ। ਉਸ ਤੋਂ ਬਾਅਦ ਆ ਜਾਂਦਾ ਤੁਹਾਡੇ ਡਿਊਟੀ ਸਟੇਟਸ, ਕਿ ਉਹਦੇ ਵਿੱਚ 4 ਡਿਊਟੀ ਸਟੇਟਸ ਹੈਗੇ ਆ, ਜਿੱਦਾਂ ਕਿ ਤੁਹਾਡਾ ਆਫ ਡਿਊਟੀ ਹੋ ਗਿਆ, ਸਲੀਪਰ ਹੋ ਗਿਆ, ਔਨ ਡਿਊਟੀ ਡਰਾਈਵਿੰਗ ਐਂਡ ਔਨ ਡਿਊਟੀ। ਸੋ ਅਗਰ ਆਪਾਂ ਨੂੰ ਜਿੱਦਾਂ ਕਿ ਰੂਲਸ ਹੈਗੇ ਨੇ ਕਿ ਆਪਣਾ 11 ਆਵਰਸ ਤੋਂ ਬਾਅਦ ਤੁਸੀਂ ਆਫ ਲੈਣਾ ਹੈਗਾ US 'ਚ, ਇੱਦਾਂ ਹੀ ਸਾਡੇ ਕੈਨੇਡਾ ਦੇ ਸਾਈਡ ਦੇ ਰੂਲਸ ਹੈ ਔਰ ਵੀਕਲੀ ਰੂਲਸ ਹੈਗੇ ਆ, ਸਾਈਕਲਸ ਬਣੇ ਹੋਏ ਆ, ਅਤੇ ਆਪਾਂ ਨੂੰ ਉਹ ਪੂਰੀ ਤਰ੍ਹਾਂ ਫੋਲੋ ਕਰਨੇ ਹੁੰਦੇ ਆ, ਤਾਂ ਕਿ ਜਿਹੜੀ ਵੀ ਵਾਇਲੇਸ਼ਨਸ ਹੈਗੀਆਂ ਆਪਾਂ ਨੂੰ ਉਹਦੇ ਲਈ ਟ੍ਰੇਨਿੰਗ ਵਗੈਰਾ ਦੀ ਜ਼ਰੂਰਤ ਹੁੰਦੀ ਹੈ। ਲੌਗਬੁੱਕ ਰਿਵਿਊ ਅਨੁਸਾਰ ਜੇਕਰ ਜਸਕਿਰਤ ਸਿੰਘ ਸਿੱਧੂ ਨੂੰ ਰੋਕ ਕੇ ਉਸ ਦੀ ਇੰਸਪੈਕਸ਼ਨ ਕੀਤੀ ਹੁੰਦੀ ਤੇ ਉਸ ਉੱਤੇ ਲੌਗਬੁੱਕ ਨਾ ਭਰਨ ਲਈ 72 ਘੰਟਿਆਂ ਲਈ ਆਊਟ ਆਫ ਸਰਵਿਸ ਡਿਕਲੇਰੇਸ਼ਨ ਲੱਗਦੀ। ਜਿਸ ਤਰ੍ਹਾਂ ਕਿ ਤੁਸੀਂ ਹੁਣੀ ਜਿੱਦਾਂ ਇਹ ਗੱਲਬਾਤ ਚੱਲ ਰਹੀ ਹੈ, ਇਹ ਬੱਚੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਹੈਗਾ, ਸੋ ਇਹਦੇ ਵਿੱਚ ਵੀ ਜਿਹੜਾ ਡਰਾਈਵਰ ਹੈਗਾ ਉਹਦੀ ਆਵਰਸ ਆਫ ਸਰਵਿਸ ਦੀ ਕਾਫੀ ਵਾਇਲੇਸ਼ਨ ਸੀਗੀਆਂ। ਪਿਛਲੇ ਜੇ ਉਹਨਾਂ ਦੀ 11 ਦਿਨ ਦੀ ਲੌਗ ਬੁੱਕ ਉਹਨਾਂ ਨੇ ਜਿੱਦਾਂ ਦੱਸਿਆ ਕਿ ਉਹ 'ਚ 70 ਵਾਇਲੇਸ਼ਨ ਸੀਗੀਆਂ। ਸੇ ਅਗਰ ਉਹੀ ਚੀਜ਼ਾਂ ਉਹਨਾਂ ਨੇ ਪ੍ਰੋਪਰਲੀ ਦੇਖੀਆਂ ਹੁੰਦੀਆਂ ਤਾਂ ਅਸੈਸਮੈਂਟ ਕੀਤੀ ਹੁੰਦੀ ਤਾਂ ਮੇਬੀ ਜਿਹੜਾ ਵਾਲਾ ਐਕਸੀਡੈਂਟ ਹੋਇਆ ਉਹ ਹੋਣ ਤੋਂ ਬਚ ਸਕਦਾ ਸੀਗਾ। ਕਿਸੇ ਵੀ ਚੀਜ਼ ਨੂੰ ਜਦੋਂ ਆਪਾਂ ਸ਼ਾਰਟਕਟ ਰਸਤੇ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਜ਼ਰੂਰੀ ਨਹੀਂ ਹੈ ਕਿ ਉਹ ਸਿਰੇ ਚੜੇਗੀ। ਔਰ ਜਿਸ ਤਰ੍ਹਾਂ
ਤਰ੍ਹਾਂ ਅਸੀਂ ਦੇਖਿਆ ਹੀ ਹੈ ਕਿ ਇਸ ਇੰਸੀਡੈਂਟ ਦੇ ਵਿੱਚ ਲੌਗ ਬੁੱਕਸ ਦੀ ਵਾਇਓਲੇਸ਼ਨ ਦਾ ਜਿਹੜਾ ਬਹੁਤ ਮਤਲਬ ਜ਼ਾਹਿਰ ਹੋਇਆ ਕਿ ਵੀ ਇਹਦੇ ਵਿੱਚ ਲੌਗ ਬੁੱਕਸ ਦੇ ਨਾਲ ਛੇੜਛਾੜ ਕੀਤੀ ਗਈ ਸੀ, ਔਰ ਉਹਦਾ ਨਤੀਜਾ ਕੀ ਹੋਇਆ ਕਿ ਵੀ ਸਾਡੀਆਂ ਕੀਮਤੀ ਜਾਨਾਂ ਜਿਹੜੀਆਂ ਨੇ ਉਹਨਾਂ ਦਾ ਨੁਕਸਾਨ ਹੋਇਆ। ਔਰ ਅਸੀਂ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਦਾ ਕੋਈ ਵੀ ਇੰਸੀਡੈਂਟ ਹੋਵੇ। ਔਰ ਮੇਰੀ ਬੁਨਿਆਦ ਇਹੀ ਹੈ ਕਿ ਵੀ ਜਿਹੜੇ ਵੀ ਲੋਕ ਟਰੱਕਿੰਗ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇ, ਜਿਹੜੇ ਸਾਡੇ ਡਰਾਈਵਰਸ ਜਾਂ ਕਿਸੇ ਵੀ ਲੈਵਲ ਤੇ ਕੰਮ ਕਰ ਰਹੇ ਨੇ, ਕਿਸੇ ਵੀ ਸ਼ਾਰਟਕਟ ਨੂੰ ਨਾ ਉਹ ਅਡਾਪਟ ਕਰਨ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਸ਼ਾਰਟਕਟਸ ਨੂੰ ਅਡਾਪਟ ਕਰਨ ਦੇ ਨਾਲ ਉਹ ਕੰਮ ਠੀਕ ਹੋ ਜਾਏਗਾ, ਜਲਦੀ ਹੋ ਜਾਏਗਾ ਜਾਂ ਜ਼ਿਆਦਾ ਹੋ ਜਾਏਗਾ। ਜੇ ਗੱਲ ਕਰੀਏ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੀ, ਤੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੱਲੋਂ ਲੌਗਬੁੱਕ ਭਰਨ ਲਈ ਸਖਤ ਨਿਯਮ ਰੱਖੇ ਗਏ ਹਨ, ਜਿਸ ਮੁਤਾਬਕ 24 ਘੰਟਿਆਂ ਵਿੱਚੋਂ 10 ਘੰਟਿਆਂ ਲਈ ਟਰੱਕ ਡਰਾਈਵਰ ਨੂੰ ਆਫ ਡਿਊਟੀ ਹੋਣਾ ਜ਼ਰੂਰੀ ਹੈ। ਲੌਗਬੁੱਕ ਰਾਹੀਂ ਡਰਾਈਵਰਾਂ ਦਾ ਟਰੈਵਲ ਟਾਈਮ ਮੇਨਟੇਨ ਕੀਤਾ ਜਾਂਦਾ ਹੈ। ਟਰੱਕ ਡਰਾਈਵਰਸ ਲਈ ਹਰ 8 ਘੰਟਿਆਂ ਦੇ ਵਿੱਚ 30 ਮਿੰਟ ਦੀ ਬ੍ਰੇਕ ਲੈਣੀ ਲਾਜ਼ਮੀ ਹੈ ਅਤੇ ਟਰੱਕਰਸ 7 ਦਿਨਾਂ ਦੇ ਵਿੱਚ ਸਿਰਫ 60 ਘੰਟੇ ਹੀ ਕੰਮ ਕਰ ਸਕਦੇ ਹਨ। ਆਪਣੇ ਜਿਹੜੇ ਲੈਜਿਸਲੇਚਰ ਨੇ ਉਹਨਾਂ ਨੂੰ ਇਸ ਥੋੜ੍ਹਾ ਜਿਹਾ ਜ਼ੋਰ ਪਾਉਣਾ ਪਏਗਾ ਕਿ ਇਸ ਚੀਜ਼ ਨੂੰ ਕੋਈ ਐਸਾ ਲੈਜਿਸਲੇਸ਼ਨ ਲੈ ਕੇ ਆਉਣ, ਕੋਈ ਐਸਾ ਰੂਲ ਲੈ ਕੇ ਆਉਣ ਜਿਹਦੇ ਵਿੱਚ ਸਾਰੇ ਕੀ ਸਾਰੇ ਜਿੰਨੇ ਵੀ ਹੁਣ ਡਰਾਈਵਰ ਨਵੇਂ ਬਣ ਰਹੇ ਨੇ ਉਹਨਾਂ ਦੇ ਉੱਤੇ ਇੱਕ ਖਾਸ ਮੈਂਡੇਟਰੀ ਟੈਸਟ ਹੋਵੇ, ਇੱਕ ਖਾਸ ਮੈਂਡੇਟਰੀ ਪ੍ਰੋਸੀਜਰ ਹੋਵੇ, ਜਿਹਦੇ ਕਰਕੇ ਉਹਨਾਂ ਨੂੰ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਆਪਾਂ ਨੂੰ ਜਿਹੜੀਆਂ ਸਪੈਸ਼ਲੀ ਬਾਅਦ ਵਿੱਚ ਨਾ ਸੁਣਨੀਆਂ ਪੈਣ। ਜਿਹੜਾ ਕੋਈ ਵੀ ਐਕਸੀਡੈਂਟ ਅਨਫੋਰਚੂਨੇਟ ਹੈ, ਕੋਈ ਜਾਣ ਕੇ ਤਾਂ ਕਰ ਨਹੀਂ ਰਿਹਾ ਹੁੰਦਾ, ਠੀਕ ਹੈ, ਉਹਨਾਂ ਦਾ ਫਾਲਟ ਅਗਰ ਨਿਕਲਿਆ ਹੈਗਾ, ਸੋ ਉਹਦੇ 'ਚ ਮੈਂ ਇਹੀ ਕਹੂੰਗਾ ਆਪਾਂ ਨੂੰ ਪ੍ਰੀਕਾਸ਼ਨ ਲੈਣੇ ਚਾਹੀਦੇ ਹੈਗੇ ਨੇ। ਪ੍ਰੋਪਰ ਜਿਹੜਾ ਹੈਗਾ ਸਲੀਪ ਨਾਲ ਜਿਹੜਾ ਹੈਗਾ ਕਰਕੇ ਉਸ ਤੋਂ ਬਾਅਦ ਜਿੰਨੇ ਵੀ ਆਵਰਸ ਮੈਂਡੇਟਰੀ ਹੈਗੇ ਉਨਾ ਹੀ ਕੰਮ ਕਰਨਾ ਚਾਹੀਦਾ ਹੈਗਾ। ਜਿਹੜਾ ਇੰਸ਼ੋਰੈਂਸ ਹੈ ਉਹ ਇੱਕ ਸੈਕਿੰਡ ਫੈਕਟਰ ਆ ਜਾਂਦਾ ਹੈਗਾ। ਸਪੈਸ਼ਲੀ ਮੈਂ ਕਹੂੰਗਾ ਜਿਹੜੇ ਆਪਣੇ ਟਰੱਕਰਸ ਜਿਹੜੇ ਨੇ ਆਊਟ ਆਫ ਪ੍ਰੋਵਿੰਸ ਜਿਹੜਾ ਹੈਗਾ ਜਾਂਦੇ ਹੈਗੇ ਨੇ, ਸਪੋਜ਼ ਆਪਾਂ ontario 'ਚ ਰਹਿ ਰਹੇ, ਇੱਥੇ ਸਾਡੇ ਕੋਲ ਹੈਲਥ ਕਾਰਡ ਹੈਗਾ, ਅਗਰ ਅਸੀਂ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਕਿਸੇ ਹੋਰ ਜਿਹੜੇ ਸਟੇਟ ਵਿੱਚ ਜਾਂਦੇ ਆ, ਉੱਥੇ ਸਾਡਾ ਹੈਲਥ ਕਾਰਡ ਵਰਕ ਨਹੀਂ ਕਰਦਾ ਜਾਂ ਉਹਦੀ ਜਿਹੜੀ ਕਵਰੇਜ ਹੈ ਲਿਮਿਟਿਡ ਰਹਿ ਜਾਂਦੀ ਹੈ। ਐਂਡ ਸਪੈਸ਼ਲੀ ਜਿਹਨਾਂ ਕੋਲ ਵਰਕਰ ਕੰਪਨਸੇਸ਼ਨ ਵੀ ਹੈਗਾ, ਵਰਕਰ ਕੰਪਨਸੇਸ਼ਨ ਸਿਰਫ ਉਨੀ ਦੇਰ ਸਾਨੂੰ ਕਵਰ ਕਰ ਰਿਹਾ ਹੁੰਦਾ ਜਿੰਨੀ ਦੇਰ ਤੱਕ ਅਸੀਂ ਜੌਬ ਕਰ ਰਹੇ ਹਾਂ। ਸੋ ਆਫ ਦਾ ਜੌਬ ਉਹ ਆਪਾਂ ਨੂੰ ਕਵਰ ਨਹੀਂ ਕਰਦੇ, ਪਰ ਜਿਹੜਾ ਆਊਟ ਆਫ ਪ੍ਰੋਵਿੰਸ ਕਵਰੇਜ ਹੈਗੀ ਆ ਉਹ ਕਾਰਡ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਉਹ 'ਚ $5 ਮਿਲੀਅਨ ਦੀ ਕਵਰੇਜ ਹੁੰਦੀ ਹੈ। ਕਈ ਵਾਰੀ ਦੇਖਿਆ ਗਿਆ ਹੈਗਾ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਇੱਦਾਂ ਦੇ ਟਰੱਕ ਇੱਦਾਂ ਦੇ ਐਕਸੀਡੈਂਟ ਹੁੰਦੇ ਨੇ ਜਿਹਦੇ 'ਚ ਕੀ ਹੈਗਾ ਏਅਰ ਐਂਬੂਲੈਂਸ ਜਿਹੜੀ ਕਾਲ ਕਰਨੀ ਪੈਂਦੀ ਹੈਗੀ ਹੈ। ਸੋ ਇਹਦੇ 'ਚ $5 ਮਿਲੀਅਨ ਤੱਕ ਦਾ ਜਿਹੜਾ ਸਾਰਾ ਖਰਚਾ ਕਵਰ ਹੁੰਦਾ। ਸੋ ਮੈਂ ਸਾਰੇ ਟਰੱਕਰਸ ਨੂੰ ਕਹਾਂਗਾ, ਅਗਰ ਤੁਸੀਂ ਲੋਕਲ ਟਰੱਕ ਚਲਾ ਰਹੇ ਹੈਗੇ ਫਿਰ ਤੁਹਾਨੂੰ ਆਊਟ ਆਫ ਪ੍ਰੋਵਿੰਸ ਕਵਰੇਜ ਦੀ ਜ਼ਰੂਰਤ ਨਹੀਂ, ਕਿਉਂਕਿ ਆਪਣੇ ਕੋਲ ਹੈਲਥ ਕਾਰਡ ਜਾਂ ਕੇਅਰ ਕਾਰਡ ਹੈਗਾ। ਪਰ ਅਗਰ ਅਸੀਂ ਆਪਣੇ ਪ੍ਰੋਵਿੰਸ ਤੋਂ ਬਾਹਰ ਕਿਤੇ ਵੀ ਜਾ ਰਹੇ ਹੈਗੇ ਆ ਤੇ ਸਾਡੇ ਕੋਲ ਪ੍ਰੋਪਰ ਜਿਹੜੀ ਕਵਰੇਜ ਹੋਣੀ ਚਾਹੀਦੀ ਹੈ, ਜਿਹਦੇ 'ਚ $5 ਮਿਲੀਅਨ ਦੀ ਐਕਸਟੈਂਡਡ ਕਵਰੇਜ ਹੈ। ਉਹਦੇ 'ਚ ਆਪਣੇ ਸਾਰਾ ਹਸਪੀਟਲ ਦਾ, ਐਂਬੂਲੈਂਸ ਦਾ, ਜਿੰਨਾ ਵੀ ਕੋਈ ਮੇਜਰ ਹਸਪੀਟਲ ਜਿੰਨਾ ਵੀ ਬਿੱਲ ਬਣਦਾ ਹੈਗਾ ਅਪ ਟੂ $5 ਮਿਲੀਅਨ ਤੱਕ ਜਿਹੜਾ ਇੰਸ਼ੋਰੈਂਸ ਕੰਪਨੀ ਵੱਲੋਂ ਕਵਰ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਜਸਕੀਰਤ ਸਿੰਘ ਸਿੱਧੂ ਉੱਤੇ ਲੱਗੇ ਡੇਂਜਰਸ ਡਰਾਈਵਿੰਗ ਕਾਜ਼ਿੰਗ ਡੈਥ ਦੀ ਵੱਧ ਤੋਂ ਵੱਧ ਸਜ਼ਾ 14 ਸਾਲ ਅਤੇ ਡੇਂਜਰਸ ਡਰਾਈਵਿੰਗ ਕਾਜ਼ਿੰਗ ਬੋਡੀਲੀ ਹਾਰਮ ਦੀ ਵੱਧ ਤੋਂ ਵੱਧ ਸਜ਼ਾ 10 ਸਾਲ ਹੈ। ਕਰਾਊਨ ਵੱਲੋਂ ਇਸ ਮਾਮਲੇ ਦੇ ਵਿੱਚ ਜਸਕੀਰਤ ਸਿੰਘ ਸਿੱਧੂ ਲਈ 10 ਸਾਲ ਦੀ ਸਜ਼ਾ ਦੀ ਸਿਫਾਰਿਸ਼ ਕੀਤੀ ਗਈ ਹੈ, ਪਰ ਜਸਕੀਰਤ ਸਿੰਘ ਸਿੱਧੂ ਦੇ ਡਿਫੈਂਸ ਲਾਇਰਸ ਵੱਲੋਂ ਇਸ ਸੰਬੰਧੀ ਕੋਈ ਸਿਫਾਰਿਸ਼ ਨਹੀਂ ਕੀਤੀ ਗਈ। 30 ਸਾਲਾ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਦਾ ਕੇਸ ਲਾਇਰ ਮਾਰਕ ਬ੍ਰੇਫਰਡ ਦੇਖ ਰਹੇ ਹਨ। ਇਸ ਮਾਮਲੇ ਦੀ ਸੁਣਵਾਈ ਜਸਟਿਸ ਇਨੈਸ ਕਾਰਡੀਨਲ ਵੱਲੋਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੈਲਗਰੀ ਟਰੱਕਿੰਗ ਕੰਪਨੀ ਦੇ ਓਨਰ ਜਿਸ ਨੇ ਜਸਕੀਰਤ ਸਿੱਧੂ ਨੂੰ ਹਾਇਰ ਕੀਤਾ ਸੀ, ਉਸ ਨੂੰ ਵੀ ਕ੍ਰੈਸ਼ ਤੋਂ ਪਹਿਲਾਂ ਦੇ ਮਹੀਨਿਆਂ ਦੇ ਵਿੱਚ ਫੈਡਰਲ ਅਤੇ ਪ੍ਰੋਵਿੰਸ਼ੀਅਲ ਸੇਫਟੀ ਰੈਗੂਲੇਸ਼ਨਸ ਦੀ ਪਾਲਣਾ ਨਾ ਕਰਨ ਲਈ 8 ਕਾਊਂਟਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹਾਦਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਸਸਕੈਚੁਅਨ ਸਰਕਾਰ ਵੱਲੋਂ ਦਸੰਬਰ 2018 ਦੇ ਵਿੱਚ ਸੈਮੀ ਟਰੱਕ ਡਰਾਈਵਰਾਂ ਲਈ ਮੈਂਡੇਟਰੀ ਟ੍ਰੇਨਿੰਗ ਦਾ ਨਿਯਮ ਵੀ ਲਿਆਂਦਾ ਗਿਆ ਹੈ, ਜੋ ਕਿ ਮਾਰਚ 2019 ਤੋਂ ਲਾਗੂ ਹੋਵੇਗਾ। ਸੋ ਹੈਡਲਾਈਨ ਕੈਨੇਡਾ ਵਿੱਚ ਐਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼ ਹੰਬਲ ਬ੍ਰੌਂਕਸ ਬੱਸ ਕ੍ਰੈਸ਼ ਤੇ। ਅਗਲੇ ਹਫਤੇ ਵੀ ਸਾਡੀ ਇਹ ਪੇਸ਼ਕਸ਼ ਜਾਰੀ ਰਹੇਗੀ ਤੇ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਓਨਟਾਰੀਓ ਟਰੱਕਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸਟੀਫਨ ਲੈਸਕੋਵਸਕੀ ਦੇ ਨਾਲ ਤੇ ਨਾਲ ਹੀ ਮੁਲਾਕਾਤ ਕਰਵਾਵਾਂਗੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਸਰਜੈਂਟ ਕੈਰੀ ਸ਼ਮਿਟ ਦੇ ਨਾਲ। ਜਾਣਾਂਗੇ ਕਿ ਇੱਕ ਟਰੱਕ ਡਰਾਈਵਰ ਦੀ ਟਰੱਕਿੰਗ ਕੰਪਨੀ ਦੀ ਕੀ ਰਿਸਪੌਂਸਿਬਿਲਿਟੀਜ਼ ਹੁੰਦੀਆਂ ਹਨ, ਕੀ ਨਿਯਮ ਹਨ ਇਹਨਾਂ ਲਈ, ਤੇ ਨਾਲ ਹੀ ਜਾਣਾਂਗੇ ਕਿ ਟਰੱਕਿੰਗ ਇੰਡਸਟਰੀ ਲਈ ਕੀ ਨਿਯਮ ਸਰਕਾਰ ਵੱਲੋਂ ਲਿਆਂਦੇ ਗਏ ਹਨ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਇਹ ਕੋਸ਼ਿਸ਼ ਪਸੰਦ ਆਈ ਹੋਵੇਗੀ। ਤੁਸੀਂ ਆਪਣਾ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤੇ ਲਿਖ ਕੇ ਭੇਜੋ feedback@ptcnetwork.com ਤੇ। ਮਿਲਾਂਗੇ ਅਗਲੇ ਹਫਤੇ, ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।